भोले उस वेलिया यारा तिखे वजदे वांग तलवारा। भोले उस वेलिया यारा तिखे वजदे वांग तलवारा। भोले उस वेलिया यारा वांग तलवारा। भोले उस वेलिया यारा तिखे वजदे वांग तलवारा। भोले उस वेलिया यारा तिखे वजदे वांग तलवारा। भोले उस वेलिया यारा तिखे वजदे वांग तलवारा। तिखे वजदे वांग तलवारा। 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 तेरे भोले उस वेलिया यारा तिखे वजदे वांग तलवारा। 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 कहंदा तेरे भोले उस वेलिया यारा तिखे वजदे वांग तलवारा। कहंदे तलवारां दी तरह पए ने मैनू तेरे फुੱਲ ਜਿਹੜੇ तू भीड़ विच वड़ के मारे। प्यारिओ अगे लंघ गया भीड़ मुक गई। अगे लंघ गया एदा होर एक मित्र सी सुकरात, वो भी सूफी फकीर सी। मुसलमानां दे विच बड़े फकीर होए ने। जे गुरसिखां दे विच फकीर होए ते मुसलमानां विच भी बड़े होए। बाबा फरीद भी सूफी फकीर सी। मंसूर भी सूफी फकीर सी। सुकरात भी सूफी फकीर सी। किसी ने पूछया मंसूर नूं, कहंदे दान दी हद की है? दान दी हद एक रोटी जिहड़ी मिली सी ना मंसूर नूं, वो कड्डी मंसूर ने सुक्की हुई रोटी ते कहंदे दे दित्ती। कहंदे आ लै आ दान दी हद। कहंदे ए किवें? कहंदे एक साल बाद मिली सी। एक साल तो बाद एक प्रशादा नसीब होया, वो भी मैं तैनू दे दिता। एक साल भुखा रहा, हजे तक पानी दा घुट नहीं पीता। कहंदे आ ला एक प्रशादा मिलिया सी, आ भी तैनू देता। ये है दान दी हद। कहंदे त्याग दी हद की है? कहंदे अखां बंद कर। अखां बंद कीतियां, धरती ते लम्मा पै गया। जदों अखां खोलियां, पुछण वाले ने भी त्याग दी हद की है? जदों नब्ज फड़ के वेखी, नब्ज बिल्कुल नहीं चलदी। साह वेखे, साह बिल्कुल नहीं चलदे। ऐ लगे भी जिवें शरीर छड्ड गया। थोड़े चिर बाद उठ के बह गया। कहंदे आ है त्याग दी हद। फिर तीजा सवाल सी ओदा, कहंदे प्रेम दी हद की है? कहंदे कल नूं आ जी, मैनू सूली ते टंगिया जाना, उत्थे आके वेख ली भी प्रेम दी हद की है प्रेम दी हद। प्यारिओ ये तां जिन्हां ने प्रेम पाया उन्हां नूं पता, जिन्हां ने नाम जपिया उन्हां नूं पता, जिन्हां ने रब दे नाल सांझ पाई, रब नूं एक मिक समझिया, उन्हां नूं पता भी प्रेम दी हद की है। दान दी हद सुन लई, एक प्रशादा दे दिता। त्याग दी हद सुन लई, कुछ मिंटां वास्ते शरीर छड्ड दिता। हुण प्रेम दी हद रह गई भी प्रेम दी हद की है? कहंदे कल नूं आ जी, मैनू सूली ते टंगिया जाना, आके वेख ले।
ਪਿਆਰਿਓ ਸੂਲੀ ਤੇ ਟੰਗੇ ਵੀ ਗਏ, ਆਰੇ ਥੱਲੇ ਚੀਰੇ ਵੀ ਗਏ, ਰੂਹ ਵਿੱਚ ਬੰਨ ਕੇ ਸਾੜੇ ਵੀ ਗਏ, ਦੇਗ ਵਿੱਚ ਪਾਣੀ ਗਰਮ ਕਰਕੇ ਉਬਾਲੇ ਵੀ ਗਏ, ਪਰ ਰੱਬ ਦੇ ਪਿਆਰਿਆਂ ਨੇ ਸੀ ਤੱਕ ਨਹੀਂ ਉਚਾਰੀ, ਸੀ ਤੱਕ ਨਹੀਂ ਆਖਿਆ। ਭਾਈ ਮਤੀ ਦਾਸ ਵਰਗਿਆਂ ਨੂੰ ਆਰੇ ਥੱਲੇ ਖੜਾ ਕਰ ਦਿੱਤਾ ਤੇ ਭਾਈ ਮਤੀ ਦਾਸ ਕਹਿੰਦਾ ਮੇਰਾ ਜਿਹੜਾ ਮੁਖ ਹੈ ਨਾ ਮੇਰੇ ਗੁਰੂ ਵੱਲ ਕਰ ਦਿਓ, ਮੇਰੇ ਗੁਰੂ ਵੱਲ ਹੋਣਾ ਚਾਹੀਦਾ। ਕਹਿੰਦੇ ਕਿਉਂ? ਕਹਿੰਦੇ ਜਦੋਂ ਮੇਰੀ ਜਾਨ ਨਿਕਲਣੀ ਹੈ ਨਾ ਮੇਰਾ ਮੁਖ ਮੇਰੇ ਗੁਰੂ ਵੱਲ ਹੋਣਾ ਚਾਹੀਦਾ। ਕਹਿੰਦੇ ਆਰਾ ਹੌਲੀ ਚਲਾਇਓ। ਜਲਾਦ ਕਹਿੰਦੇ ਹੌਲੀ ਕਿਉਂ ਚਲਾਉਣਾ? ਕਹਿੰਦੇ ਮੈਂ ਆਪਣੇ ਪ੍ਰਮਾਤਮਾ ਨੂੰ ਯਾਦ ਕਰਨਾ, ਉਹਦਾ ਸਿਮਰਨ ਸ਼ੁਰੂ ਕਰਨਾ। ਵੇਖੋ ਪਿਆਰਿਓ ਮਤੀ ਦਾਸ ਦੇ ਸੀਸ ਤੇ ਆਰਾ ਚੱਲਿਆ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਆਰਾ ਚੱਲਦਾ, ਜਪਜੀ ਸਾਹਿਬ ਦਾ ਪਾਠ ਹੋ ਰਿਹਾ, ਦੋ ਫਾੜ ਹੋ ਗਿਆ ਸਰੀਰ, ਦੋ ਕੱਟੇ ਹੋਏ ਟੁਕੜਿਆਂ ਨੇ, ਦੋ ਸਰੀਰ ਦੇ ਟੁਕੜਿਆਂ ਨੇ। ਕਹਿੰਦੇ ਜਿਹੜੀ ਰਹਿੰਦੀ ਬਾਣੀ ਸੀ ਨਾ ਦੋਹਾਂ ਟੁਕੜਿਆਂ ਦੇ ਵਿੱਚੋਂ ਰਲ ਮਿਲ ਕੇ ਆਵਾਜ਼ ਆ ਰਹੀ ਹੈ, ਜਿਵੇਂ ਪਾਠੀ ਸਿੰਘ ਭੋਗ ਪਾਉਂਦੇ, ਰਲ ਕੇ ਆਵਾਜ਼ ਆ ਰਹੀ। ਟੁਕੜੇ ਹੋ ਗਿਆ ਪਰ ਪਿਆਰਿਓ ਡੋਲੇ ਨਹੀਂ, ਆਰੇ ਥੱਲੇ ਡੋਲਣ ਤੋਂ ਖੜਨ ਹੋਣ ਤੋਂ ਕਦੇ ਡੋਲੇ ਨਹੀਂ। ਪਿਆਰ ਦੇ ਵਿੱਚ ਆਰੇ ਥੱਲੇ ਵੀ ਖੜ ਗਏ, ਇਹ ਨਹੀਂ ਆਖਿਆ ਵੀ ਮੈਂ ਆਰੇ ਥੱਲੇ ਨਹੀਂ ਖੜਨਾ। ਭਾਈ ਸਤੀ ਦਾਸ ਵਰਗਿਆਂ ਨੂੰ ਰੂਹ ਵਿੱਚ ਬੰਨ ਕੇ ਲਪੇਟ ਕੇ ਸਾੜ ਦਿੱਤਾ, ਰੂਹ ਨੂੰ ਅੱਗ ਲਾ ਦਿੱਤੀ। ਪਿਆਰਿਓ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ ਭਾਈ ਸਤੀ ਦਾਸ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਿਆ। ਭਾਈ ਦਿਆਲੇ ਦੀ ਵਾਰੀ ਆ ਗਈ। ਪਹਿਲਾਂ ਦੇਗਾਂ ਹੁੰਦੀਆਂ ਸੀ ਗੁਰੂ ਘਰਾਂ ਦੇ ਵਿੱਚ, ਉਹਨਾਂ ਵਿੱਚ ਦਾਲਾਂ ਬਣਦੀਆਂ ਸੀ, ਉਸ ਦੇਗ ਦੇ ਵਿੱਚ ਪਾਣੀ ਗਰਮ ਕੀਤਾ ਗਿਆ। ਜਦੋਂ ਪਾਣੀ ਉਬਾਲੇ ਲੱਗ ਪਿਆ ਮਾਰਨ ਤੇ ਭਾਈ ਦਿਆਲੇ ਨੂੰ ਉਹਦੇ ਵਿੱਚ ਬਿਠਾ ਦਿੱਤਾ, ਮਾਸ ਹੱਡੀਆਂ ਨਾਲੋਂ ਵੱਖ ਹੋ ਗਿਆ। ਸੁਖਮਣੀ ਸਾਹਿਬ ਦਾ ਜਾਪ ਕਰਦਾ ਭਾਈ ਦਿਆਲਾ, ਪਿਆਰਿਓ ਮਾਸ ਵੱਖ ਹੋ ਗਿਆ ਹੱਡੀਆਂ ਨਾਲੋਂ। ਸੁਖਮਣੀ ਸਾਹਿਬ ਦਾ ਜਾਪ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ, ਪਰ ਡੋਲੇ ਨਹੀਂ, ਆਰੇ ਥੱਲੇ ਖੜ ਕੇ ਨਹੀਂ ਡੋਲੇ, ਰੂਹ ਵਿੱਚ ਬੰਨ ਕੇ ਸਾੜ ਦਿੱਤਾ ਤਾਂ ਨਹੀਂ ਡੋਲੇ, ਦੇਗ ਵਿੱਚ ਪਾਣੀ ਗਰਮ ਕਰਕੇ ਉਬਾਲ ਦਿੱਤਾ ਤਾਂ ਨਹੀਂ ਡੋਲੇ। ਵੇਖੋ ਪਿਆਰਿਓ ਐਸੇ ਰੱਬ ਦੇ ਫਕੀਰ ਆਏ ਨੇ, ਰੱਬ ਦੇ ਪਿਆਰੇ ਆਏ ਨੇ, ਐਸੇ ਰੱਬ ਦੇ ਭਗਤ ਆਏ ਨੇ, ਜੇ ਆਰੇ ਥੱਲੇ ਵੀ ਖੜਾ ਕਰ ਦਿੱਤਾ ਫਿਰ ਡੋਲੇ ਨਹੀਂ। ਪਰ ਇਹਨਾਂ ਦੀ ਨੀਂਹ ਕਿਹਨਾਂ ਨੇ ਰੱਖੀ ਸੀ? ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸਭ ਤੋਂ ਪਹਿਲਾਂ ਨੀਂਹ ਉਹਨਾਂ ਨੇ ਰੱਖੀ। ਤੱਤੀ ਤਵੀ ਦੇ ਉੱਤੇ ਚੌਂਕੜਾ ਮਾਰਿਆ, ਤੱਤੀ ਤਵੀ ਤੇ ਚੌਂਕੜਾ ਮਾਰ ਕੇ ਆਖਿਆ ਸੀ ਤੇਰਾ ਭਾਣਾ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਈਂ ਮੀਆਂ ਮੀਰ ਆ ਗਿਆ ਸੀ। ਸਾਈਂ ਮੀਆਂ ਮੀਰ ਨੇ ਜਦੋਂ ਹਾਲ ਵੇਖਿਆ, ਆ ਕੇ ਵੇਖਿਆ ਨਹੀਂ ਗਿਆ, ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਈਂ ਮੀਆਂ ਮੀਰ ਬੜਾ ਕਾਹਲਾ ਹੈ, ਕੀ ਗੱਲ, ਕਾਹਦਾ ਹੁਕਮ ਮੰਗਦਾ? ਸੱਚੇ ਪਾਤਸ਼ਾਹ ਮੈਨੂੰ ਹੁਕਮ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਾ। ਕਹਿੰਦੇ ਤਾਕਤ ਕਿੱਥੋਂ ਲੈ ਕੇ ਆਇਆ? ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਚੋਂ ਲਈ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਡੇ ਕੋਲੋਂ ਤਾਕਤ ਲੈ ਕੇ ਤੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾਉਣ ਨੂੰ ਫਿਰਦਾ, ਅਸੀਂ ਕੀ ਨਹੀਂ ਸੀ ਕਰ ਸਕਦੇ? ਸਾਨੂੰ ਤਵੀ ਤੇ ਬਿਠਾਇਆ ਗਿਆ, ਅਸੀਂ ਤਵੀ ਠੰਡੀ ਕਰ ਸਕਦੇ ਸੀ, ਅੱਗ ਬੁਝਾ ਸਕਦੇ ਸੀ, ਧਰਤੀ ਗਰਕ ਸਕਦੀ ਸੀ, ਆਕਾਸ਼ ਤੇ ਧਰਤੀ ਇੱਕ ਹੋ ਸਕਦਾ ਸੀ, ਅਸੀਂ ਕੀ ਨਹੀਂ ਸੀ ਕਰ ਸਕਦੇ? ਸਾਡੇ ਕੋਲੋਂ ਤਾਕਤ ਲੈ ਕੇ ਤੇ ਵਿਖਾਉਣ ਲੱਗ ਪਿਆ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾਉਣ ਨੂੰ ਫਿਰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਨਹੀਂ ਕਰਨਾ, ਇਹ ਭਾਣਾ ਮੰਨਣਾ ਭਾਣਾ। ਤੇ ਸਾਈਂ ਮੀਆਂ ਮੀਰ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਇਹ ਹਾਲ ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ, ਇਹ ਹਾਲ ਨਹੀਂ ਵੇਖਿਆ ਜਾਂਦਾ, ਤੱਤੀ ਤਵੀ ਤੇ ਬੈਠੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਦੇ ਭਾਣੇ ਦੇ ਅੰਦਰ ਹੀ ਬੈਠੇ ਆ, ਅਕਾਲ ਪੁਰਖ ਵਾਹਿਗੁਰੂ ਦੇ ਉਹਦੇ ਭਾਣੇ ਅੰਦਰ ਬਹਿ ਕੇ ਫਿਰ ਵੀ ਸਿਮਰਨ ਨਹੀਂ ਛੱਡਿਆ, ਫਿਰ ਵੀ ਨਾਮ ਜਪਿਆ, ਬਾਣੀ ਪੜ੍ਹੀ। ਤੱਤੀ ਤਵੀ ਦੇ ਉੱਤੇ ਚੌਂਕੜਾ ਮਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਖੋ ਸਿਮਰਨ ਨਹੀਂ ਛੱਡਿਆ। ਤੇ ਆਪਣੇ ਘਰਾਂ ਦੇ ਵਿੱਚ ਕਿੰਨੇ ਸੁੱਖ ਸਹੂਲਤਾਂ ਨੇ, ਕਿੰਨੇ ਸਾਧਨ।
ਸੋਹਣੇ ਘਰ ਦਿੱਤੇ ਮਹਾਰਾਜ ਨੇ, ਸੋਹਣੇ ਬੈੱਡ ਦਿੱਤੇ, ਸੋਹਣੇ ਗੱਦੇ, ਸੋਹਣੀਆਂ ਚਾਦਰਾਂ। ਕਦੇ ਉਹਨਾਂ ਬੈੱਡਾਂ ਤੇ ਬਹਿ ਕੇ ਕਦੇ ਆਖਿਆ ਹੀ ਨਹੀਂ ਸਤਨਾਮ ਵਾਹਿਗੁਰੂ। ਆਖਿਆ ਕਦੇ? ਨੀਂਦ ਹੀ ਨਹੀਂ ਖੁੱਲਦੀ ਸਾਡੀ, ਜਾਗ ਹੀ ਨਹੀਂ ਆਉਂਦੀ, ਹੋਰ ਸੌਂ ਲਈਏ। ਅਲਾਰਮ ਵੀ ਲੱਗਾ ਹੁੰਦਾ ਸਿਰਾਣੇ, ਫਿਰ ਵੀ ਉਹਨੂੰ ਬੰਦ ਕਰਕੇ ਫਿਰ ਸੌਂ ਜਾਂਦੇ ਆ, ਹੋਰ ਸੌਂ ਲਈਏ। ਉਦੋਂ ਹੀ ਪਤਾ ਲੱਗਦਾ ਜਦੋਂ ਸੂਰਜ ਸਿਰਾਣੇ ਆ ਜਾਂਦਾ। ਫਿਰ ਵੀ ਪਰਿਵਾਰ ਵਾਲੇ ਆਵਾਜ਼ਾਂ ਮਾਰਦੇ ਨੇ, ਉੱਠ ਖੜ ਪਿਆਰਿਓ। ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਲ ਵੇਖੀਏ, ਜਿਨ੍ਹਾਂ ਨੇ ਤੱਤੀ ਤਵੀ ਤੇ ਚੌਂਕੜਾ ਮਾਰ ਕੇ ਫਿਰ ਵੀ ਨਾਮ ਜਪਿਆ, ਫਿਰ ਵੀ ਬਾਣੀ ਪੜ੍ਹੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਵਾਹਿਗੁਰੂ ਵਾਹਿਗੁਰੂ ਕਰਦੇ ਆ, ਤੱਤੀ ਤਵੀ ਤੇ ਬੈਠੇ ਰਹੇ। ਛਾਲੇ ਹੋ ਗਏ ਭਾਵੇਂ ਸਰੀਰ ਵਿੱਚ, ਪੈਰਾਂ 'ਚ ਛਾਲੇ ਹੋ ਗਏ, ਪਰ ਪਿਆਰਿਓ ਚੰਦੂ ਨਹੀਂ ਹਟਿਆ। ਚੰਦੂ ਕਹਿੰਦਾ ਹਜੇ ਸਜ਼ਾ ਹੋਰ ਦੇਣੀ। ਕਾਰਨ ਮੇਰੀ ਧੀ ਦਾ ਰਿਸ਼ਤਾ ਨਹੀਂ ਪ੍ਰਵਾਨ ਕੀਤਾ ਇਹਨਾਂ ਨੇ ਆਪਣੇ ਪੁੱਤਰ ਵਾਸਤੇ। ਪ੍ਰਵਾਨ ਤਾਂ ਕਰ ਲਿਆ ਸੀ, ਪਰ ਜਦੋਂ ਉਹਨੇ ਆਖਿਆ ਨਾ ਤੁਸੀਂ ਚਵਾਰੇ ਦੀ ਇੱਟ ਮੋਰੀ ਨੂੰ ਲਾਏ ਹੋ, ਆਪਣੇ ਆਪ ਨੂੰ ਚਵਾਰਾ ਦੱਸਦਾ ਸੀ, ਤੇ ਪਿਆਰਿਓ ਗੁਰੂ ਘਰ ਨੂੰ ਮੋਰੀ, ਗੁਰੂ ਘਰ ਨੂੰ ਨੀਵਾਂ ਦਿਖਾਉਂਦਾ ਸੀ। ਪਰ ਪਿਆਰਿਓ ਉਸ ਵੇਲੇ ਸੰਗਤਾਂ ਨੇ ਚਿੱਠੀਆਂ ਲਿਖੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ, ਇਹ ਆਪਣੇ ਆਪ ਨੂੰ ਚਵਾਰਾ ਦੱਸਦਾ, ਗੁਰੂ ਘਰ ਨੂੰ ਨੀਵਾਂ ਦਿਖਾਉਂਦਾ, ਮੋਰੀ ਸੱਦਿਆ ਇਹਨੇ, ਇਹਦਾ ਰਿਸ਼ਤਾ ਨਹੀਂ ਪ੍ਰਵਾਨ ਕਰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਸੰਗਤ ਜੀ ਜਿਵੇਂ ਤੁਹਾਡਾ ਹੁਕਮ ਹੈ ਤੁਹਾਡਾ ਹੀ ਹੁਕਮ ਚੱਲੇਗਾ, ਜਿਵੇਂ ਤੁਸੀਂ ਕਰੋਗੇ ਉਸੇ ਤਰ੍ਹਾਂ ਹੀ ਹੋਵੇਗਾ। ਤੇ ਚੰਦੂ ਕਹਿੰਦਾ ਸੀ ਇਹਨਾਂ ਨੇ ਸਾਡੀ ਧੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸੰਗਤ ਕਹਿ ਦੇਵੇ ਅਸੀਂ ਅੱਜ ਪ੍ਰਵਾਨ ਕਰ ਲਾਂਗੇ, ਪਰ ਅਸੀਂ ਤਾਂ ਸੰਗਤ ਦਾ ਫੈਸਲਾ ਮੰਨਣਾ। ਸੰਗਤ ਕਹੇਗੀ ਫਿਰ ਅਸੀਂ ਮੰਨ ਜਾਂਦੇ, ਪਰ ਸੰਗਤ ਨੇ ਸਾਨੂੰ ਨਾ ਕਰ ਦਿੱਤੀ, ਅਸੀਂ ਨਹੀਂ ਮੰਨਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਖਣ ਲੱਗਾ, ਸੱਚੇ ਪਾਤਸ਼ਾਹ ਮੈਂ ਹੋਰ ਤਸੀਹੇ ਦਿਆਂਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਦੇ ਲੈ ਜਿੰਨੀ ਕੁ ਮੌਜ ਹੈ ਤੇਰੀ, ਕਿੰਨੇ ਕ ਤਸੀਹੇ ਦੇ ਲੇਗਾ, ਮਾਰ ਹੀ ਦੇਵੇਂਗਾ ਨਾ। ਕਹਿੰਦਾ ਗਊ ਦੀ ਕੱਚੀ ਖਲ ਲਿਆ ਕੇ ਤੁਹਾਡਾ ਸਰੀਰ ਮੜ ਦੇਵਾਂਗਾ, ਜਿਵੇਂ ਜਿਵੇਂ ਖਲ ਸੁੱਕੇਗੀ ਤੁਹਾਡਾ ਸਰੀਰ ਵਿੱਚ ਫਸ ਜਾਵੇਗਾ, ਤੁਹਾਨੂੰ ਦੁੱਖ ਲੱਗੇਗਾ ਇਸ ਗੱਲ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਵੇਂ ਚਾਹੁੰਦਾ ਉਵੇਂ ਹੀ ਕਰ ਲੈ, ਆਪਣੀ ਮੌਜ ਕਰ, ਜਿਹੜੀ ਤੇਰੀ ਮਨ ਆਉਂਦੀ ਹੈ ਕਰੀ ਜਾ, ਸਾਨੂੰ ਕੋਈ ਪਰਵਾਹ ਨਹੀਂ। ਸਾਡੀ ਤਾਂ ਬਿਰਤੀ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ, ਅਸੀਂ ਨਿਰੰਕਾਰ ਦੇ ਨਾਲ ਆਪਣਾ ਮਨ ਜੋੜੀ ਬੈਠੇ ਆ। ਤੇ ਜਿਹੜਾ ਤੇਰੇ ਮਨ ਆਉਂਦਾ ਕਰ ਲੈ। ਤੱਤੀ ਤਵੀ ਤੋਂ ਉਠਾਇਆ, ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਰਾਵੀ ਤੇ ਇਸ਼ਨਾਨ ਕਰਨਾ, ਰਾਵੀ ਤੇ ਇਸ਼ਨਾਨ ਕਰਨਾ ਅਸੀਂ। ਚੰਦੂ ਕਹਿੰਦਾ ਇਹਨਾਂ ਨੇ ਮੌਤ ਆਪੇ ਹੀ ਸਹੇੜ ਲਈ, ਆਪ ਹੀ ਮੌਤ ਸਹੇੜ ਲਈ। ਆਪਣੇ ਅਹਿਲਕਾਰ ਨੌਕਰ ਚਾਕਰ ਸੱਦੇ, ਕਹਿੰਦੇ ਜਾਓ ਨਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੇ ਬੰਦਿਆਂ ਦੀ ਲੋੜ ਨਹੀਂ, ਉਹ ਤੁਹਾਡੇ ਨੌਕਰ ਚਾਕਰਾਂ ਦੀ ਲੋੜ ਨਹੀਂ, ਸਾਡੇ ਸੇਵਾਦਾਰ ਨਾਲ ਨੇ, ਉਹ ਨਾਲ ਜਾਣਗੇ। ਸੇਵਾਦਾਰ ਗਏ ਨਾਲ, ਰਾਹ ਵਿੱਚ ਸਾਰਾ ਕੁਝ ਹੀ ਸਮਝਾਉਂਦੇ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਲੈ ਵੀ ਸਿੱਖੋ, ਹੁਣ ਸਾਡਾ ਸਮਾਂ ਆ ਗਿਆ, ਅਸੀਂ ਚਲੇ ਜਾਣਾ। ਤੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਅਸੀਂ ਤੁਹਾਡੇ ਨਾਲ ਬਚਨ ਕਰਦੇ ਸੀ, ਕਿਹਦੇ ਨਾਲ ਕਰਾਂਗੇ? ਤੁਹਾਡੇ ਕੋਲ ਬਹਿ ਕੇ ਵਿਚਾਰ ਸੁਣਦੇ ਸੀ, ਕਿਹਦੇ ਸੁਣਾਂਗੇ ਵਿਚਾਰ? ਸਾਨੂੰ ਕੌਣ ਸੰਭਾਲੇਗਾ, ਅਸੀਂ ਕਿਹਦੀ ਗੋਦ ਵਿੱਚ ਬੈਠਾਂਗੇ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਿੱਖੋ ਸਮਾਂ ਛੇਤੀ ਆਵੇਗਾ, ਛੇਤੀ ਆਉਣ ਵਾਲਾ ਸਮਾਂ ਕਿਹੜਾ? ਕਹਿੰਦੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਨੇ ਆ ਕੇ ਇਹ ਗੱਦੀ ਸੰਭਾਲਣੀ ਹੈ, ਉਹਨਾਂ ਨੇ ਗੱਦੀ ਤੇ ਬਹਿਣਾ। ਤੇ ਪਿਆਰਿਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਬਚਨ ਬਿਲਾਸ ਕਰਦੇ ਗਏ, ਰਾਵੀ ਆ ਗਈ। ਕਹਿੰਦੇ ਲਓ ਸਿੱਖੋ ਛੱਡ ਦਿਓ ਮੈਨੂੰ, ਮੈਂ ਇਸ਼ਨਾਨ ਕਰਨਾ। ਰਾਵੀ ਵਿੱਚ ਗਏ, ਇਸ਼ਨਾਨ ਕੀਤਾ। ਕਈ ਇਤਿਹਾਸਕਾਰ ਲਿਖਦੇ ਨੇ ਰਾਵੀ ਚ ਗਏ ਬਾਹਰ ਹੀ ਨਹੀਂ ਆਏ, ਪਰ ਪਿਆਰਿਓ ਸੰਸਕਾਰ ਹੋਇਆ, ਦੇਰਾ ਸਭ ਬਣਿਆ। ਇਸ਼ਨਾਨ ਕੀਤਾ, ਬਾਹਰ ਆਏ, ਆ ਕੇ ਕੰਢੇ ਤੇ ਜਪਜੀ ਸਾਹਿਬ ਦਾ ਪਾਠ ਕੀਤਾ। ਤੇ ਪਿਆਰਿਓ ਭੌਰੋ ਡਾਰੀ ਮਾਰ ਗਿਆ, ਜੋਤੀ ਜੋਤ ਸਮਾ ਗਏ। ਉਹਨਾਂ ਤੋਂ ਬਾਅਦ ਫਿਰ ਵੇਖੋ ਪਿਆਰਿਓ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਏ, ਸ਼ਹੀਦਾਂ ਦੀ ਨੀਂਹ ਰੱਖ ਦਿੱਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਤੱਤੀ ਤਵੀ ਤੇ ਵੀ ਬਹਿ ਗਏ, ਪਰ ਤੱਤੀ ਤਵੀ ਤੇ ਬਹਿ ਕੇ ਵੀ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਕੇ ਸੰਗਤਾਂ ਨੂੰ ਇਹੀ ਆਖਿਆ, ਸੰਗਤ ਜੀ ਨਾਮ ਜਪਣਾ, ਬਾਣੀ ਪੜ੍ਹਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕਰਨਾ।
ਤਤੀ ਤਵੀ ਤੇ ਬਹਿ ਕੇ ਵੀ ਭਾਣਾ ਮੰਨਣ ਦੀ ਜਾਚ ਸਿਖਾ ਗਏ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣਾ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਪਿਆਰਿਓ ਕਹਿੰਦੇ ਜਿਹੜੇ ਆਪਣੇ ਭਾਣੇ ਚੱਲਦੇ ਨੇ ਨਾ, ਉਹ ਵਿਛੜ ਜਾਂਦੇ ਨੇ ਤੇ ਚੋਟਾਂ ਖਾਂਦੇ ਨੇ। ਜਾਣਾ ਹੈ ਇੱਕ ਦਿਨ, ਕਹਿੰਦੇ ਸਰੀਰ ਛੱਡ ਕੇ ਇੱਕ ਦਿਨ ਸਾਰਿਆਂ ਨੇ ਹੀ ਜਾਣਾ। ਇਹ ਭਰਿਆ ਬਗੀਚਾ ਛੱਡ ਕੇ ਚਲੇ ਜਾਣਾ ਇੱਕ ਦਿਨ। ਇਹ ਫੁੱਲਾਂ ਦਾ ਬਗੀਚਾ ਛੱਡ ਕੇ ਇੱਕ ਦਿਨ ਸਾਰਿਆਂ ਨੇ ਜਾਣਾ। ਇਹ ਤਾਂ ਸੰਸਾਰ ਕਹਿੰਦੇ ਸੁਪਨੇ ਦੀ ਨਿਆਈ ਹੈ। ਇਹਨੂੰ ਸੁਪਨੇ ਦੀ ਨਿਆਈ ਸਮਝ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਲਿਖਦੇ ਨਹੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ 9ਵੇਂ ਪਾਤਸ਼ਾਹ ਭੋਗਦੇ ਸ਼ਲੋਕਾਂ ਦੇ ਅੰਦਰ। ਕਹਿੰਦੇ ਜਗ ਜਿਹੜਾ ਨਾ ਸੁਪਨੇ ਦੀ ਨਿਆਈ, ਇੱਥੇ ਕਿਸੇ ਨੇ ਨਹੀਂ ਰਹਿਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਇੱਥੇ ਬੈਠ ਨਹੀਂ ਰਹਿਣਾ ਕਿਸੇ ਨੇ। ਵਾਰੀ ਵਾਰੀ ਸਾਰਿਆਂ ਨੇ ਚਲੇ ਜਾਣਾ। ਕਰਨਾ ਕੀ ਹੈ? ਨਾਮ ਜਪਣਾ, ਬਾਣੀ ਪੜ੍ਹਨੀ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਉਹ ਵਾਰੀ ਵਾਰੀ ਚਲੇ ਜਾਵਣਾ।